ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤਪਾਲ ਸਿੰਘ। ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅੱਜ ਵਿਸ਼ੇਸ਼ ਗੱਲਬਾਤ ਕਰਾਂਗੇ ਖੇਤੀਬਾੜੀ 'ਤੇ। ਸਾਡੇ ਨਾਲ ਨੇ ਮੈਨੇਜਿੰਗ ਡਾਇਰੈਕਟਰ ਸੁਹਾਨਾ ਸੀਡ ਤੋਂ ਰਾਣਾ ਜੀ। ਅਸੀਂ ਇਹਨਾਂ ਨਾਲ ਖੇਤੀਬਾੜੀ ਦੇ ਬਾਰੇ विशेष गलबात करेंगे। नमस्कार राणा जी। नमस्कार जी। जो आपने खेतीबाड़ी के अपना किसानों के लिए अहम योगदान दिया है, उसके बारे में पहले मैं चाहूँगा हमारे दर्शकों को जो अपनी इंट्रोडक्शन दीजिए। अमृतपाल जी, आपको और चढ़ती कला के दर्शकों को मेरे वल्लों सत श्री अकाल, नमस्कार। खेतीबाड़ी से जुड़े हुए मेरे को 30 साल हो गए करीब, और इस तो पहले मेरी एजुकेशन भी खेतीबाड़ी दी हैगी। BSc एग्रीकल्चर, MSc एग्रीकल्चर, दैन MBA, एंड 30 ईयर्स ਦਾ ਹੋ ਗਿਆ ਟਾਈਮ ਜੀ। ਜਿੱਥੇ ਮੈਂ ਸ਼ੁਰੂਆਤ ਕੀਤੀ ਸੀ ਆਪਣਾ ਹਿਮਾਚਲ ਤੋਂ। ਆਈ ਸਟਾਰਟਡ ਵਰਕਿੰਗ ਔਨ ਐਪਲ, ਸੇਬ ਦੀ ਫਸਲ 'ਤੇ ਕੰਮ ਸ਼ੁਰੂ ਕੀਤਾ ਜੀ ਸਭ ਤੋਂ ਪਹਿਲੇ। ਫਿਰ ਮੈਂ ਅੰਬਾਲੇ ਆਇਆ, ਚੰਡੀਗੜ੍ਹ ਆਇਆ, ਪਟਿਆਲੇ ਵੀ ਰਿਹਾ ਕਾਫੀ ਇਸ ਟਾਈਮ। ਪਿਆਜ਼ 'ਤੇ ਵੀ ਕੰਮ ਕੀਤਾ, ਫਿਰ ਕਮਾਦ 'ਤੇ ਵੀ ਕੰਮ ਕੀਤਾ, ਔਰ ਝੋਨੇ ਨਾਲ ਮੈਂ ਜੁੜਿਆ ਹੋਇਆ ਜੀ ਕਰੀਬ 1993 ਤੋਂ। ਔਰ ਝੋਨੇ ਦੀ ਫਸਲ ਬਹੁਤ ਵੱਡੀ ਫਸਲ ਹੈ ਹਿੰਦੁਸਤਾਨ ਲਈ, ਸਾਰੀ ਦੁਨੀਆ ਲਈ, ਔਰ 60% ਆਬਾਦੀ ਦੁਨੀਆ ਦੀ ਚਾਵਲ ਖਾਂਦੀ ਹੈ। ਇਹਦੇ ਕਰਕੇ ਝੋਨੇ ਦੀ ਫਸਲ ਬਹੁਤ ਮੁੱਖ ਹੈ, ਔਰ ਝੋਨੇ ਦੀ ਫਸਲ ਦੇ ਵਿੱਚ ਹਜੇ ਵੀ ਬਹੁਤ ਸੰਭਾਵਨਾ ਹੈਗੀ ਨਵੀਂ ਟੈਕਨੋਲੋਜੀ, ਨਵੇਂ ਬੀਜ ਦੇ ਨਾਲ, ਕਿ ਅਸੀਂ ਉਪਜ ਵੀ ਵਧਾ ਸਕੀਏ ਅਤੇ ਕਿਸਾਨਾਂ ਦਾ ਮੁਨਾਫਾ ਵੀ ਵਧਾ ਸਕੀਏ। ਅਤੇ ਸਾਡੀ ਕੋਸ਼ਿਸ਼ ਉਸ 'ਤੇ ਚੱਲ ਰਹੀ ਹੈ, ਔਰ ਅਸੀਂ ਗੱਲਬਾਤ ਕਰਾਂਗੇ ਉਹਦੇ ਬਾਰੇ। ਰਾਣਾ ਜੀ, ਨਵੇਂ ਤਜਰਬੇ ਜੋ ਤੁਸੀਂ ਕੀਤੇ, ਕਿਵੇਂ ਤੁਹਾਡਾ ਮਨ ਬਣਿਆ? ਕੀ ਤੁਹਾਡੇ ਮਨ ਵਿੱਚ ਆਇਆ? ਦੇਖिए, मैं खुद एक किसान परिवार तो हैं जी। मेरे दादा जी बहुत छोटे किसान ਸੀ। ਸਾਡੀ 3 ਕਿੱਲੇ ਜ਼ਮੀਨ ਹੁੰਦੀ ਸੀ, ਉਹ ਕਮਾਦ ਦੀ ਖੇਤੀ ਕਰਦੇ ਸੀ। ਮੈਂ ਛੋਟਾ ਜਦੋਂ ਹੁੰਦਾ ਸੀ, ਸਕੂਲ ਦੀ ਛੁੱਟੀਆਂ ਹੁੰਦੀ ਸੀ, ਪਿੰਡ ਜਾਂਦਾ ਸੀ, ਉਹਨਾਂ ਨੂੰ ਦੇਖਦਾ ਸੀ ਬਈ ਕਿੰਨੀ ਮਿਹਨਤ ਕਰਦੇ। ਸਵੇਰੇ 4-5 ਵਜੇ ਖੇਤ ਲਈ ਨਿਕਲ ਜਾਣਾ, ਸ਼ਾਮ ਨੂੰ ਦਿਨ ਢਲਣ ਤੋਂ ਬਾਅਦ ਹੀ ਉਹ ਆਉਂਦੇ ਸੀ ਘਰ। ਬਹੁਤ ਮਿਹਨਤ ਕਰਦੇ ਸੀ, ਫਿਰ ਵੀ ਉਪਜ ਨਹੀਂ ਨਿਕਲਦੀ ਸੀ। ਉਨ ਦਿਨਾਂ 'ਚ ਦੀਮਕ ਦੀ ਬੜੀ ਸਮੱਸਿਆ ਸੀਗੀ। ਦੀਮਕ ਖਾ ਜਾਂਦੀ ਸੀ ਪੂਰੀ ਫਸਲ ਨੂੰ, ਗੰਨੇ ਦੀ ਫਸਲ ਨੂੰ। ਉਸ ਵੇਲੇ ਮੈਨੂੰ ਯਾਦ ਹੈਗਾ, ਸਾਡਾ ਇੱਕ ਕਿੱਲੇ ਦੇ ਵਿੱਚ 40-50 ਕੁਇੰਟਲ ਤੋਂ ਵੱਧ ਗੰਨਾ ਨਹੀਂ ਨਿਕਲਦਾ ਸੀ। ਮਤਲਬ ਇੰਨਾ ਮਾੜਾ ਹਾਲ ਸੀ। ਅਤੇ ਮੈਂ ਉਸੇ ਟਾਈਮ ਮੇਰਾ ਮਨ ਬਣਾਇਆ ਕਿ ਬਈ ਮੈਂ ਖੇਤੀਬਾੜੀ 'ਚ ਜਾਊਂਗਾ, ਇਸ ਲਾਈਨ 'ਚ ਜਾਊਂਗਾ, ਖੇਤੀਬਾੜੀ ਦੀ ਪੜ੍ਹਾਈ ਕਰਾਂਗਾ ਅਤੇ ਕਿਸਾਨਾਂ ਲਈ ਕੋਈ ਨਵੀਂ ਕੱਢਾਂਗੇ ਕਿ ਵੀ ਜਿਹਦੇ ਨਾਲ ਇਹ ਜਿਹੜੀ ਸਮੱਸਿਆ ਹੈਗੀ ਕਿਸਾਨਾਂ ਦੀ, ਇਹਨਾਂ ਦਾ ਹੱਲ ਨਿਕਾਲਿਆ ਜਾ ਸਕੇ। ਸੁਹਾਨਾ ਫੀਡ ਬਾਰੇ ਵਿਸਤਾਰਪੂਰਵਕ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਤੁਸੀਂ ਇਸ ਨੂੰ ਕਿਵੇਂ ਵਿਸ਼ਵ ਪੱਧਰ 'ਤੇ ਲੈ ਕੇ ਗਏ? ਸੁਹਾਨਾ ਸੀਡ ਦੀ ਸ਼ੁਰੂਆਤ ਹੋਈ ਹੈ ਜੀ 2010 ਦੇ ਵਿੱਚ। ਮੈਂ ਉਸ ਤੋਂ ਪਹਿਲੇ ਅਮਰੀਕਾ ਦੇ ਵਿੱਚ ਸੀ। ਮੈਂ 2005-06 ਦੇ ਵਿੱਚ ਅਮਰੀਕਾ ਚਲਾ ਗਿਆ ਸੀ। ਪਹਿਲੀ ਕੰਪਨੀ ਜਿਹੜੀ ਮੈਂ ਉੱਥੇ ਟਰਾਂਸਫਰ 'ਤੇ USA ਗਿਆ। ਫਿਰ ਉੱਥੇ ਮੈਨੂੰ ਸੁਹਾਨਾ ਦਾ ਮੈਨੇਜਮੈਂਟ, ਇਹਨਾਂ ਦੇ ਗਲੋਬਲ ਓਨਰ ਹੈਗੇ, ਯੂਰਪ ਦੀ ਫੈਮਿਲੀ ਹੈਗੀ, ਦਿਸ ਇਜ਼ ਏ ਫੈਮਿਲੀ ਓਨ ਬਿਜ਼ਨਸ, ਔਰ ਉਹ ਮੈਨੂੰ ਮਿਲੇ। ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਬਈ ਅਸੀਂ ਚਾਵਲ 'ਤੇ ਕੰਮ ਕਰਦੇ ਹਾਂ, ਅਤੇ ਕੰਪਨੀ USA ਦੇ ਵਿੱਚ, ਬ੍ਰਾਜ਼ੀਲ ਦੇ ਵਿੱਚ ਆਲਰੇਡੀ ਹੈਗੀ ਹੈ, ਔਰ ਉੱਥੇ ਕੰਪਨੀ ਜਾਣੀ ਜਾਂਦੀ ਹੈ ਰਾਈਸਟੈਕ ਦੇ ਨਾਂ 'ਤੇ। ਅਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਵੀ ਤੁਸੀਂ ਰਾਣਾ ਜੀ ਇੰਡੀਆ ਨੂੰ ਵੀ ਜਾਣਦੇ ਹੋ, USA ਦੇ ਵਿੱਚ ਵੀ ਰਹੇ ਹੋ, ਤੁਹਾਡੀ ਐਜੂਕੇਸ਼ਨ ਵੀ ਹੈਗੀ ਇਸੇ ਲਾਈਨ ਦੀ। ਅਸੀਂ ਏਸ਼ੀਆ ਦੇ ਵਿੱਚ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ, ਆਪਣੀ ਟੈਕਨੋਲੋਜੀ ਲੈ ਕੇ ਜਾਣਾ ਚਾਹੁੰਦੇ। ਫਿਰ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਜਿਹੜਾ ਵਿਜ਼ਨ ਦੇਖਿਆ, ਉਹਨਾਂ ਦੀ ਸਿੰਸੀਅਰਿਟੀ ਮੈਂ ਦੇਖੀ ਬਈ ਇਹ ਕੁਝ ਕਰਨਾ ਚਾਹੁੰਦੇ ਛੋਟੇ ਕਿਸਾਨਾਂ ਲਈ। ਫਿਰ ਮੈਂ ਉਹ ਆਫਰ ਐਕਸੈਪਟ ਕਰਕੇ ਉਹਨਾਂ ਦਾ 2010 ਦੇ ਵਿੱਚ ਮੈਂ ਹਿੰਦੁਸਤਾਨ ਵਾਪਸ ਆਇਆ ਅਤੇ ਸੁਹਾਨਾ ਦੀ ਸ਼ੁਰੂਆਤ ਕੀਤੀ। ਫਿਰ ਇਹ 12 ਸਾਲਾਂ ਦੇ ਵਿੱਚ ਬਹੁਤ ਅਸੀਂ ਪੜਾਅ, ਨਵੇਂ ਸਫਲਤਾएं, ਮਾਈਲਸਟੋਨ ਜਿਹਨੂੰ ਕਹਿ ਦਈਏ, ਅਚੀਵ ਕੀਤੇ ਨੇ। ਇੰਡੀਆ ਦੇ ਵਿੱਚ ਆ ਕੇ ਇਕੱਲਾ ਬੰਦਾ ਮੈਂ ਆਇਆ ਸੀ ਜੀ ਉਸ ਟਾਈਮ। ਕੰਪਨੀ ਰਜਿਸਟਰ ਕਰਾਈ, ਫਿਰ ਬੰਦੇ ਮੈਂ ਰੱਖਣੇ ਸ਼ੁਰੂ ਕੀਤੇ, ਆਪਣੇ ਸਾਇੰਟਿਸਟ, ਪ੍ਰੋਡਕਸ਼ਨ ਦੇ ਵਿੱਚ ਆਪਣੀ R&D ਟੀਮ, ਪੂਰੀ ਸਫ਼ਰ ਸ਼ੁਰੂ ਕੀਤਾ। ਹਾਂਜੀ, ਆਪਣਾ ਸਫ਼ਰ ਸ਼ੁਰੂ ਕੀਤਾ। ਇੱਕ ਸੋਨੀਪਤ ਦੇ ਨੇੜੇ ਰਿਸਰਚ ਫਾਰਮ ਲਿਆ ਲੀਜ਼ 'ਤੇ, ਰਿਸਰਚਰ ਰੱਖਣੇ ਸ਼ੁਰੂ ਕੀਤੇ ਡਾਕਟਰ ਖੇਤੀਬਾੜੀ ਦੇ। ਫਿਰ ਇੱਕ ਹੈਦਰਾਬਾਦ ਦੇ ਵਿੱਚ ਰਿਸਰਚ ਸਟੇਸ਼ਨ ਬਣਾਇਆ। ਫਿਰ ਸੀਡ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ। ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਪਹਿਲੀ ਕੰਪਨੀ ਹੈਗੇ ਜਿਹੜੇ ਕਿ ਬਈ ਹਾਈਬ੍ਰਿਡ ਝੋਨਾ ਸੀਡ ਪ੍ਰੋਡਕਸ਼ਨ ਨਾਰਦਰਨ ਇੰਡੀਆ ਦੇ ਵਿੱਚ ਲੈ ਕੇ ਆਏ। ਜਦੋਂ ਮੈਂ ਸ਼ੁਰੂਆਤ ਕੀਤੀ ਉਸ ਵੇਲੇ ਸਾਰਾ ਹੀ ਕੰਮ ਹੈਦਰਾਬਾਦ ਦੇ ਨੇੜੇ ਤੇੜੇ ਹੁੰਦਾ ਸੀ, ਤੇਲੰਗਾਨਾ 'ਚ। ਹਜੇ ਵੀ 70-80% ਸੀਡ ਪ੍ਰੋਡਕਸ਼ਨ ਤੇਲੰਗਾਨਾ ਵਿੱਚ ਹੀ ਹੁੰਦਾ ਹੈ। ਬਟ ਮੈਂ ਕਿਸਾਨਾਂ ਨਾਲ ਇੱਥੇ ਕੰਮ ਕੀਤਾ, ਆਪਣੀ ਟੀਮ ਸਾਡੀ ਜੋੜੀ, ਕਿਸਾਨਾਂ ਨੂੰ ਸਟਰਗਲ ਕੀਤਾ ਜੀ, ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਕਿ ਵੀ ਕਿਸ ਤਰੀਕੇ ਨਾਲ ਹਾਈਬ੍ਰਿਡ ਸੀਡ ਪ੍ਰੋਡਕਸ਼ਨ ਕਰ ਸਕਦੇ ਹੈ। ਅਤੇ ਹੁਣ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਨਾਲ
ਪੂਰੇ ਇੰਡੀਆ ਦੇ ਵਿੱਚ ਕਰੀਬ 15-16 ਹਜ਼ਾਰ ਕਿਸਾਨ ਜੁੜੇ ਹੋਏ ਨੇ ਜਿਹੜੇ ਕਿ ਸੀਡ ਪ੍ਰੋਡਕਸ਼ਨ ਕਰਦੇ ਆ ਔਰ ਤਕਰੀਬਨ 10 ਲੱਖ ਕਿਸਾਨ ਸਾਡਾ ਬੀਜ ਵਰਤਦਾ ਹੈ ਝੋਨੇ ਦਾ। ਤੇ ਇਸ ਵੇਲੇ ਅਸੀਂ ਝੋਨੇ ਦੀ ਸਭ ਤੋਂ ਵੱਡੀ ਕੰਪਨੀ ਬਣ ਚੁੱਕੇ ਨੇ ਇੰਡੀਆ ਦੇ ਵਿੱਚ। ਪੰਜਾਬ ਸਰਕਾਰ ਵੀ ਅੱਜ ਕੱਲ੍ਹ ਅਪੀਲ ਕਰ ਰਹੀ ਹੈ, ਭਗਵੰਤ ਮਾਨ ਜੀ ਵੱਲੋਂ ਅਪੀਲ ਕੀਤੀ ਜਾ ਰਹੀ ਝੋਨੇ ਦੀ ਜਿਹੜੀ ਫਸਲ ਹੈ ਸਿੱਧੀ ਬੀਜੀ ਜਾਵੇ ਤੇ ਪਰ ਏਕੜ ਤੇ ਇੰਨਾ ਮੁਆਵਜ਼ਾ ਦੇਵਾਂਗੇ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਝੋਨੇ ਦੀ ਫਸਲ ਦੇ ਲਈ ਪਾਣੀ ਬਹੁਤ ਮਹੱਤਵਪੂਰਨ ਹੈ। ਇਹ ਤਾਂ ਪਾਣੀ ਦੀ ਖੇਤੀ ਕਹਿੰਦੇ ਝੋਨੇ ਦੀ ਫਸਲ। 1 ਕਿਲੋ ਚਾਵਲ ਪੈਦਾ ਕਰਨ ਲਈ ਅੰਮ੍ਰਿਤਪਾਲ ਜੀ 3000 ਤੋਂ ਲੈ ਕੇ 5000 ਲੀਟਰ ਪਾਣੀ ਲੱਗ ਜਾਂਦਾ ਹੈ ਤੇ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ। ਪੰਜਾਬ 'ਚ ਕੀ ਹੋਇਆ ਹੈ ਜੀ, ਪਿਛਲੇ ਕਰੀਬ 30-40 ਸਾਲਾਂ ਤੋਂ ਝੋਨੇ ਦੀ ਖੇਤੀ ਹੁੰਦੀ ਆ ਰਹੀ ਹੈ ਔਰ ਪੰਜਾਬ ਨੈਚੁਰਲੀ ਝੋਨੇ ਦੀ ਖੇਤੀ ਲਈ ਨਹੀਂ ਉਪਯੁਕਤ ਨਹੀਂ ਸੀਗਾ ਜੀ। ਪਰ ਸਾਡੇ ਕੋਲ ਬਈ 5 ਨਦੀਆਂ ਸੀ, ਨਹਿਰਾਂ ਸੀ ਔਰ ਟਿਊਬਵੈੱਲ ਲੱਗਣੀ ਸ਼ੁਰੂ ਹੋ ਗਈ ਔਰ ਕਿਸਾਨਾਂ ਨੇ, ਜਦੋਂ ਗ੍ਰੀਨ ਰੈਵੋਲਿਊਸ਼ਨ ਦਾ ਟਾਈਮ ਆਇਆ, ਮੈਂ ਕਹਿੰਦਾ ਪੰਜਾਬ ਦੇ ਕਿਸਾਨ ਨੇ ਬੜਾ ਯੋਗਦਾਨ ਕੀਤਾ ਕੰਟਰੀ ਨੂੰ ਆਤਮ ਨਿਰਭਰ ਬਣਾਉਣ ਲਈ। ਬਈ ਸਾਡਾ ਚਾਵਲ ਅਤੇ ਕਣਕ ਦੀ ਉਪਜ ਵਧਾਈ। ਪਰ ਉਹਦੇ ਨਾਲ ਕੀ ਹੋਇਆ ਕਿ ਝੋਨੇ ਦੀ ਫਸਲ ਇੰਨੇ ਸਮੇਂ ਤੋਂ ਲੱਗਦੀ ਆ ਰਹੀ ਹੈ, ਸਾਡਾ ਗਰਾਊਂਡ ਵਾਟਰ ਲੈਵਲ ਪੰਜਾਬ ਦਾ ਬਹੁਤ ਥੱਲੇ ਚਲਾ ਗਿਆ ਹੈ। ਕਈ ਜ਼ਿਲ੍ਹਿਆਂ ਦੇ ਵਿੱਚ 2-2 ਮੀਟਰ ਹਰ ਸਾਲ ਪਾਣੀ ਥੱਲੇ ਜਾ ਰਿਹਾ ਹੈ। 80% ਬਲਾਕ ਪੰਜਾਬ ਦੇ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ ਕਿਉਂਕਿ ਪਾਣੀ ਇੰਨਾ ਥੱਲੇ ਚਲਾ ਗਿਆ। ਅਤੇ ਭਗਵੰਤ ਮਾਨ ਜੀ ਨੇ ਜਿਹੜੀ ਅਪੀਲ ਕੀਤੀ ਹੈ, ਅਸੀਂ ਇਸ ਮੁਹਿੰਮ 'ਤੇ ਪਿਛਲੇ 5-6 ਸਾਲਾਂ ਤੋਂ ਕੰਮ ਕਰ ਰਹੇ ਹਾਂ ਕਿ ਬਈ ਕਿਸਾਨਾਂ ਨੂੰ ਸਿਖਾਇਆ ਜਾਏ ਕਿ ਵੀ ਸਿੱਧੀ ਬਿਜਾਈ ਕੀਤੀ ਜਾਏ। ਪਾਣੀ ਬਚਾਉਣ ਲਈ 3 ਤਰੀਕੇ ਹੈ ਜੀ ਝੋਨੇ ਦੀ ਖੇਤੀ ਦੇ ਵਿੱਚ। ਜਾਂ ਤਾਂ ਕਿਸਾਨ ਜਿਹੜੀ ਕਿਸਮਾਂ ਹੈਗੀ ਝੋਨੇ ਦੀ ਜਿਹੜੀ ਛੇਤੀ ਪੱਕਦੀ ਹੋਣ, ਕਈ ਕਿਸਮਾਂ ਹੈਗੀ ਜਿਹੜੀ 135-40 ਦਿਨ ਲੈਂਦੀ ਹੈ। ਪੰਜਾਬ 'ਚ ਬਹੁਤ ਵੱਡਾ ਰਕਬਾ ਪੂਸਾ 44 ਦੇ ਲਾਉਂਦੇ ਰਹੇ ਕਿਸਾਨ। ਇਹ ਕਿਸਮ ਲੰਬੇ ਸਮੇਂ 'ਚ ਪੱਕਦੀ ਹੈ, ਬਹੁਤ ਪਾਣੀ ਲੈਂਦੀ ਹੈ। ਹੁਣ ਨਵੀਆਂ ਕਿਸਮਾਂ ਆ ਗਈਆਂ ਜਿਵੇਂ ਕਿ PAU ਨੇ ਰਿਲੀਜ਼ ਕੀਤੀ ਸੀ 126, ਫਿਰ ਅਸੀਂ ਸਵਾਨਾ ਲੈ ਕੇ ਆਇਆ 134, 127। ਇਹ ਕਿਸਮਾਂ ਛੇਤੀ ਪੱਕ ਜਾਂਦੀ ਹੈ, 115-20 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ 1 ਮਹੀਨਾ ਸਮਾਂ ਘੱਟ ਜਾਂਦਾ ਹੈ। ਅਤੇ 1 ਮਹੀਨਾ ਸਮਾਂ ਘੱਟ ਹੋ ਗਿਆ ਤਾਂ ਤੁਹਾਡੇ 5-6 ਪਾਣੀ ਬਚ ਗਏ। ਪਾਣੀ ਦਾ ਜੋ ਪੱਧਰ ਦਿਨ ਬਾਈ ਦਿਨ ਘਟਦਾ ਜਾ ਰਿਹਾ ਉਸ ਨੂੰ ਕਵਰ ਕਰਦੀ ਹੈ। ਬਿਲਕੁਲ ਜੀ, ਬਿਲਕੁਲ। ਦੂਜਾ ਹੈਗਾ ਕਿ ਵੀ ਝੋਨੇ ਦੀ ਖੇਤੀ ਜਿਹੜੀ ਲੁਆਈ ਹੈ, ਅਸੀਂ ਟਰਾਂਸਪਲਾਂਟਿੰਗ ਹੈ, ਬਿਜਾਈ ਅਤੇ ਲੁਆਈ ਦੋਨੋਂ ਨੂੰ ਥੋੜ੍ਹਾ ਲੇਟ ਕਰੀਏ। ਪੰਜਾਬ ਦਾ ਕਿਸਾਨ ਉਹਨੂੰ ਇਹ ਹੈਗਾ ਕਿ ਬਾਅਦ 'ਚ ਉਹਨੇ ਕਣਕ ਲਾਉਣੀ ਹੈ, ਕੁਛ ਇਲਾਕੇ ਦੇ ਵਿੱਚ ਆਲੂ ਅਤੇ ਮਟਰ ਵੀ ਲਾਉਂਦਾ ਹੈ ਅਤੇ ਕੀ ਕਰਦੇ ਹਾਂ ਕਿ ਵੀ ਆਪਾਂ ਛੇਤੀ ਲਾਉਣਾ ਸ਼ੁਰੂ ਕਰ ਦਿੰਦੇ ਹਾਂ। ਮਈ 15 ਨੂੰ ਆਪਾਂ ਬੀਜਣੀ ਸ਼ੁਰੂ ਕਰ ਦਿੰਦੇ ਹਾਂ, ਜੂਨ ਦੇ ਪਹਿਲੇ ਹਫਤੇ ਦੂਜੇ ਹਫਤੇ 'ਚ ਲੁਆਈ ਸ਼ੁਰੂ ਕਰ ਦਿੰਦੇ ਹਾਂ। ਜੇ ਆਪਾਂ ਇਹਨੂੰ ਥੋੜ੍ਹਾ ਪਿੱਛੇ ਕਰ ਦਈਏ ਬਿਜਾਈ ਨੂੰ ਅਤੇ ਲੁਆਈ ਨੂੰ ਵੀ, ਕਿਉਂਕਿ ਇਹ ਜਿਹੜੀ ਕਿਸਮਾਂ ਹੈਗੀ 34, 127, ਇਹ ਛੇਤੀ ਪੱਕ ਜਾਂਦੀਆਂ। ਜੇ ਕਿਸਾਨ ਭਰਾ ਇਹਨਾਂ ਨੂੰ ਜੂਨ ਦੇ ਅਖੀਰ 'ਚ ਵੀ ਲੁਆਈ ਕਰੇਗਾ, ਟਰਾਂਸਪਲਾਂਟ ਕਰੇਗਾ, ਇਹਨਾਂ ਨੇ ਫਿਰ ਵੀ ਅਕਤੂਬਰ ਦੇ 10 ਅਕਤੂਬਰ ਤੱਕ ਕੱਟ ਜਾਣੀ ਹੈ ਫਸਲ। ਅਤੇ ਥੋੜ੍ਹਾ ਪਿੱਛੇ ਸਮਾਂ ਲੈ ਕੇ ਜਾਣ ਜਿਹੜਾ ਬੁਆਈ ਦਾ ਅਤੇ ਟਰਾਂਸਪਲਾਂਟਿੰਗ ਦਾ। ਤੀਜਾ ਹੈਗਾ ਸਿੱਧੀ ਬਿਜਾਈ। ਸਿੱਧੀ ਬਿਜਾਈ ਦਾ ਬਹੁਤ ਫਾਇਦਾ ਹੈ ਜੀ। ਅੱਜ ਕੱਲ੍ਹ ਭਗਵੰਤ ਮਾਨ ਜੀ ਬਿਲਕੁਲ ਜੀ, ਭਗਵੰਤ ਮਾਨ ਜੀ ਅਪੀਲ ਕਰ ਰਹੇ ਹੈ। ਅਮਰੀਕਾ, ਬ੍ਰਾਜ਼ੀਲ, ਇਹਨਾਂ ਦੇ ਕਿਸਾਨ ਪਿਛਲੇ 25-30 ਸਾਲਾਂ ਤੋਂ ਝੋਨੇ ਦੀ ਖੇਤੀ ਸਿੱਧੀ ਬਿਜਾਈ ਦੇ ਨਾਲ ਹੀ ਕਰਦੇ ਆ ਰਹੇ ਹੈ। ਮੈਂ ਉੱਥੇ ਰਿਹਾ, ਮੈਂ ਦੇਖਿਆ, ਫਿਰ ਉਹ ਟੈਕਨੀਕ ਆਪਾਂ ਸਿੱਖੀ ਕਿ ਵੀ ਕਿਸ ਤਰ੍ਹਾਂ ਦੀ ਡਰਿਲ ਚਾਹੀਦੀ ਹੈ, ਕਿਸ ਤਰ੍ਹਾਂ ਦਾ ਬੀਜ ਚਾਹੀਦਾ ਹੈ, ਕਿਉਂਕਿ ਇਹਦੇ 'ਚ ਇਹ ਵੀ ਨਹੀਂ ਹੈਗਾ ਬਈ ਹਰ ਤਰ੍ਹਾਂ ਦਾ ਬੀਜ ਨਹੀਂ ਸਿੱਧੀ ਬਿਜਾਈ 'ਚ ਕਾਮਯਾਬ ਹੋ ਸਕਦਾ। ਸਿੱਧੀ ਬਿਜਾਈ ਦਾ ਕਿਸਾਨ ਨੂੰ ਬਹੁਤ ਫਾਇਦਾ ਹੈ ਜੀ ਅਤੇ ਵਾਤਾਵਰਣ ਨੂੰ ਵੀ ਬਹੁਤ ਫਾਇਦਾ ਹੈ। ਸਿੱਧੀ ਬਿਜਾਈ ਕਰਨ ਤੋਂ ਕਿਸਾਨ 30% ਪਾਣੀ ਬਚਾ ਸਕਦਾ ਹੈ, ਘੱਟੋ ਘੱਟ 30% ਪਾਣੀ। ਲੇਬਰ ਦੀ ਬਚਤ ਹੈਗੀ। ਅੱਜ ਕੱਲ੍ਹ ਪੰਜਾਬ ਦੇ ਵਿੱਚ 1 ਕਿੱਲੇ ਦੀ ਲੁਆਈ ਦਾ ਖਰਚਾ 2500 ਤੋਂ ਲੈ ਕੇ 4000 ਰੁਪਏ ਤੱਕ ਲੱਗਦਾ ਹੈ ਜੀ ਲੇਬਰ ਦਾ, ਅਤੇ ਲੇਬਰ ਟਾਈਮ ਸਿਰ ਮਿਲਦੀ ਨਹੀਂ ਹੈ। ਇੱਕ ਚੀਜ਼ ਹੋਰ ਹੁੰਦੀ ਹੈ ਅੰਮ੍ਰਿਤਪਾਲ ਜੀ, ਜਦੋਂ ਝੋਨੇ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਔਰ ਪਨੀਰੀ ਜੇ 25 ਦਿਨਾਂ ਤੋਂ ਲੇਟ ਹੋ ਗਈ ਟਰਾਂਸਪਲਾਂਟਿੰਗ ਦੇ ਵਿੱਚ, 1 ਹਫ਼ਤੇ ਦੀ ਲੇਟ ਹੋਣ ਕਰਕੇ 1 ਕੁਇੰਟਲ ਝਾੜ ਘੱਟ ਜਾਂਦਾ ਹੈ। ਅਤੇ ਕਿਉਂਕਿ ਇਹਦੇ 'ਚ ਫਿਰ ਫੁਟਾਓ ਘੱਟ ਹੋਏਗਾ, ਜਿਹਦਾ ਨੁਕਸਾਨ ਸਿੱਧੇ ਤੌਰ 'ਤੇ ਕਿਸਾਨਾਂ ਨੂੰ। ਬਿਲਕੁਲ ਜੀ, ਬਿਲਕੁਲ। ਹੁੰਦਾ ਕੀ ਹੈ, ਲੇਬਰ ਨਹੀਂ ਮਿਲਦੀ ਹੈ, ਕਿਸਾਨ ਦੀ ਪਨੀਰੀ ਪੱਕ ਜਾਂਦੀ ਹੈ, ਉਹ ਲੇਟ ਲੱਗਦੀ ਹੈ, ਉਹਦੇ 'ਚ ਵੀ ਨੁਕਸਾਨ ਹੈਗਾ। ਅਤੇ ਸਿੱਧੀ ਬਿਜਾਈ ਕਰੇਗਾ ਕਿਸਾਨ, ਰੌਣੀ ਕਰਕੇ ਜਿਵੇਂ ਖੇਤ ਤਿਆਰ ਕਰਦਾ, ਬਈ ਉਹਨੂੰ ਪੱਧਰੀ ਕਰ ਲਈਏ, ਉਹਦੇ 'ਚ ਨਮੀ ਠੀਕ ਹੋਏ, ਡਰਿਲ ਲੈ ਜਾ ਕੇ 6 ਕਿਲੋ 7 ਕਿਲੋ ਬੀਜ ਕਿੱਲੇ ਦਾ ਲੱਗਦਾ ਹੈ, ਸਿੱਧੀ ਬਿਜਾਈ ਹੋ ਜਾਂਦੀ ਹੈ। ਫਿਰ ਕਿਸਾਨ ਨੂੰ ਸਿੱਧੀ ਬਿਜਾਈ 'ਚ ਇੱਕ ਸਮੱਸਿਆ ਆਉਂਦੀ ਹੈ, ਮੈਂ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੂੰਗਾ ਥੋੜ੍ਹਾ ਜਿਹਾ ਕਿ ਇਹਦੇ 'ਚ ਕੱਖ ਜਾਂ ਨਦੀਨ ਦੀ ਸਮੱਸਿਆ ਕਿਸਾਨ ਨੂੰ ਆਉਂਦੀ, ਇਹਦੇ ਕਰਕੇ ਹੀ ਉਹ ਨਹੀਂ ਕਰਦਾ।
ਉਹਦਾ ਸਮਾਧਾਨ ਹਾਲ ਫਿਲਹਾਲ ਇਹ ਹੈਗਾ ਕਿ ਜਦੋਂ ਉਹਨਾਂ ਬਿਜਾਈ ਕੀਤੀ, ਬਿਜਾਈ ਤੋਂ ਇੱਕਦਮ ਬਾਅਦ ਇੱਕ ਪੈਂਡੀਮੈਥਲਿਨ ਦਵਾਈ ਆਉਂਦੀ ਹੈ, ਉਹਦਾ ਸਪਰੇਅ ਕਰਦੇ ਨੇ। ਉਹ ਕੱਖਾਂ ਨੂੰ ਜੰਮਣ ਨਹੀਂ ਦੇਣਗੇ। ਫਿਰ ਜਦੋਂ ਫਸਲ 25-30 ਦਿਨ ਦੀ ਹੋ ਗਈ, ਨਦੀਨ ਦੁਬਾਰਾ ਜੰਮ ਕੇ ਆਇਆ ਤੇ ਕੁਝ ਦਵਾਈਆਂ ਆਉਂਦੀ ਪੋਸਟ ਐਮਰਜੈਂਟ ਹਰਬੀਸਾਈਡ, ਉਹਨਾਂ ਦਾ ਸਪਰੇਅ ਕਰ ਲਈਏ। ਸਵਾਨਾ ਇੱਕ ਨਵੀਂ ਟੈਕਨੀਕ ਲੈ ਕੇ ਆਈ ਹੈ। USA ਬ੍ਰਾਜ਼ੀਲ ਦਾ ਕਿਸਾਨ ਝੋਨੇ ਦਾ ਉਸ ਚੀਜ਼ ਨੂੰ ਲਾ ਰਿਹਾ ਹੈ, ਉਹਨੂੰ ਕਹਿੰਦੇ ਫੁੱਲ ਪੇਜ ਟੈਕਨੋਲੋਜੀ। ਉਹਦੇ ਵਿੱਚ ਸਵਾਨਾ ਨੇ ਬੀਜ ਦੇ ਵਿੱਚ ਇੱਕ ਜੀਨ ਇਹੋ ਜਿਹਾ ਪਰਿਵਰਤਨ ਕਰਤਾ ਕਿ ਵੀ ਉਹ ਹਰਬੀਸਾਈਡ ਟੋਲਰੈਂਟ ਕਹਿੰਦੇ ਉਹਨੂੰ, ਬਟ ਇਹ ਬਰੀਡਿੰਗ ਦੇ ਨਾਲ ਹੀ ਕੀਤਾ ਗਿਆ, ਕਨਵੈਨਸ਼ਨਲ ਬਰੀਡਿੰਗ ਦੇ ਨਾਲ। ਇਹਦੇ ਅਸੀਂ ਟ੍ਰਾਇਲ ਪੰਜਾਬ 'ਚ ਲਾਉਣੇ ਸ਼ੁਰੂ ਕੀਤੇ हैं ਪਿਛਲੇ 2 ਸਾਲਾਂ ਤੋਂ, ਅਤੇ ਅਗਲੇ ਸਾਲ ਅਸੀਂ ਇਹ ਟੈਕਨੀਕ ਦੇ ਦਾਂਗੇ। ਇਹਦੇ 'ਚ ਜਿਹੜੀ ਕਿਸਾਨ ਨੂੰ ਸਮੱਸਿਆ ਹੈਗੀ ਕੱਖ ਦੀ, ਉਹ ਬਿਲਕੁਲ ਨਹੀਂ ਰਹੇਗੀ, ਕਿਉਂਕਿ ਕਿਸਾਨ ਉੱਪਰ ਦਵਾਈ ਦਾ ਸਪਰੇਅ ਕਰ ਸਕਦਾ ਹੈ। ਦਵਾਈ ਤਿੰਨੋਂ ਤਰ੍ਹਾਂ ਦੇ ਕੱਖ ਜਿਹੜੇ ਹੁੰਦੇ ਝੋਨੇ ਦੀ ਫਸਲ ਦੇ ਵਿੱਚ, ਸਵਾਕੀ ਹੁੰਦੀ ਹੈ, ਚੌੜੇ ਪੱਤੇ ਵਾਲੇ ਦੇ ਹੁੰਦੇ ਹੈ, ਅਤੇ ਡਿੱਲਾ। ਡਿੱਲੇ ਨੂੰ ਕੋਈ ਦਵਾਈ ਅੱਜ ਤੱਕ ਮਤਲਬ ਜਿਹੜੀ ਬਾਜ਼ਾਰ 'ਚ ਹੈਗੀ, ਉਹਨਾਂ ਦਾ ਕੰਟਰੋਲ ਬਹੁਤਾ ਵਧੀਆ ਨਹੀਂ ਹੈਗਾ, ਪਰ ਇਹ ਦਵਾਈ ਫੁੱਲ ਪੇਜ ਦੇ ਨਾਲ ਮਿਲੇਗੀ, ਬੀਜ ਦੇ ਨਾਲ। ਇਹ ਦਵਾਈ ਤਿੰਨੋਂ ਨਦੀਨਾਂ ਨੂੰ ਕਾਬੂ ਕਰੇਗੀ, ਫਸਲ ਸੁਰੱਖਿਅਤ ਰਹੇਗੀ। ਫਿਰ ਜਿਹੜਾ ਬੀਜ ਹੈਗਾ ਸਵਾਨਾ ਦੇ, ਜਿਹੜੇ ਅਸੀਂ ਕਹਿੰਦੇ ਵੀ ਸਮਾਰਟ ਝੋਨਾ, ਸਮਾਰਟ ਝੋਨੇ ਦੀ ਖੂਬੀ ਇਹ ਹੈਗੀ ਕਿ ਸਮਾਰਟ ਝੋਨਾ ਜਿਹੜਾ ਹੈਗਾ, ਇਹਦਾ ਬੂਟਾ ਸਿੱਧਾ ਖੜਾ ਰਹਿੰਦਾ ਹੈ। ਆਪਾਂ ਪੰਜਾਬੀ 'ਚ ਕਹਿੰਦੇ ਝੰਡਾ ਪੱਤੀ, ਝੰਡਾ ਪੱਤੀ ਐਂ ਰਹਿੰਦੀ ਹੈ ਜੀ, ਝੰਡਾ ਪੱਤੀ ਉੱਪਰ ਨੂੰ ਸਿੱਧੀ ਖੜੀ ਰਹਿੰਦੀ ਹੈ, ਅਤੇ ਉਹਦੇ ਕਰਕੇ ਜਿਹੜੀ ਸੂਰਜ ਦੀ ਰੋਸ਼ਨੀ ਹੈਗੀ, ਉਹਨੂੰ ਕਹਿੰਦੇ ਪ੍ਰਕਾਸ਼ ਸੰਸਲੇਸ਼ਨ, ਫੋਟੋਸਿੰਥੇਸਿਸ, ਉਹ ਬੈਟਰ ਹੁੰਦਾ ਹੈ, ਅਤੇ ਬੂਟੇ ਵੀ ਅਸੀਂ ਜ਼ਿਆਦਾ ਲਾ ਸਕਦੇ। ਜਦੋਂ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਤਾਂ ਬੂਟਿਆਂ ਦੀ ਸੰਖਿਆ ਵੱਧ ਜਾਂਦੀ ਹੈ, ਅਤੇ ਜਿਹੜੀ ਫਸਲ ਇਹ ਖੜਦੀ ਹੋਈ ਉਹ ਫਸੇਗੀ ਨਹੀਂ, ਹਵਾ ਫਿਰ ਵੀ ਕ੍ਰਾਸ ਹੋ ਜਾਏਗੀ। ਇਹ ਨਵੀਂ ਕਿਸਮਾਂ ਸਮਾਰਟ ਝੋਨੇ ਦੀ 134, 127 ਸਿੱਧੀ ਬਿਜਾਈ ਲਈ ਪੂਰੀ ਕਾਮਯਾਬ ਹੈ। ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈਗੀ ਲੁਧਿਆਣੇ ਦੀ, ਉਹਨਾਂ ਨੇ ਵੀ ਟਰਾਇਲ ਕਰਕੇ ਦੇਖੇ ਹੈ। 134 ਅਤੇ PAU ਦੀ ਇੱਕ ਕਿਸਮ ਹੈਗੀ 126, ਉਹਨਾਂ ਨੇ ਦੋਨਾਂ ਨੂੰ ਕੰਪੇਅਰ ਕਰਕੇ ਦੇਖਿਆ ਸਿੱਧੀ ਬਿਜਾਈ ਦੇ ਵਿੱਚ, ਅਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ 134 ਦੇ ਵਿੱਚ 27% ਝਾੜ ਵੱਧ ਨਿਕਲਿਆ 126 ਦੇ ਮੁਕਾਬਲੇ 'ਚ ਸਿੱਧੀ ਬਿਜਾਈ ਦੇ ਵਿੱਚ, ਕਿਉਂਕਿ ਇਹਦਾ ਬੂਟਾ ਇਹੋ ਜਿਹਾ ਹੈਗਾ ਕਿ ਜਿਹੜਾ ਸਿੱਧੀ ਬਿਜਾਈ ਲਈ ਕਾਮਯਾਬ ਹੈ। ਤੇ ਜੀ ਜੇਕਰ ਗੱਲ ਕਰੀਏ, ਤੁਸੀਂ ਕਾਫੀ ਕੁਝ ਦੱਸਿਆ ਸਵਾਨਾ ਸੀਡ ਬਾਰੇ, ਉਹਦੀ ਜੋ ਕਿਸ ਤਰ੍ਹਾਂ ਇਹਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਕਿੰਨਾ ਕੁ ਉਹਦੇ ਨਾਲ ਝਾੜ ਮਿਲ ਰਿਹਾ, ਪਰ ਕਿਤੇ ਨਾ ਕਿਤੇ ਕਿਸਾਨ ਭਰਾ ਜਿਹੜੇ ਸਾਡੇ ਦਰਸ਼ਕ TV 'ਤੇ ਦੇਖ ਰਹੇ, ਉਹ ਵੀ ਇਹ ਵੀ ਜਾਣਨਾ ਚਾਹੁੰਦੇ ਨੇ ਵੀ ਜੇਕਰ ਇਹਦੇ ਰੇਟ ਦੀ ਗੱਲ ਕੀਤੀ ਜਾਵੇ, ਤੇ ਪ੍ਰਾਈਸ ਦੀ ਗੱਲ ਕੀਤੀ ਜਾਵੇ, ਤੇ ਹੋਰ ਪ੍ਰੋਡਕਟ ਨਾਲੋਂ ਇਹਦੇ ਰੇਟ ਕਿਸ ਤਰ੍ਹਾਂ ਨੇ? ਦੇਖੋ ਜੀ, ਇਹ ਸਮਾਰਟ ਝੋਨਾ ਜਿਹੜਾ ਹੈਗਾ ਕਿਸਾਨ ਨੂੰ ਹਰ ਵਾਰੀ ਲੈਣਾ ਪੈਂਦਾ ਹੈ। ਕਈ ਕਿਸਾਨ ਕਹਿੰਦੇ ਵੀ ਇਹ ਬੀਜ ਸਾਨੂੰ ਹਰ ਵਾਰੀ ਲੈਣਾ ਪੈਂਦਾ, ਜਿਹੜੀ ਵੈਰਾਈਟੀਆਂ ਹੈਗੀ ਉਹ ਆਪਾਂ ਹਰ ਸਾਲ ਆਪਣਾ ਬਚਾ ਕੇ ਦੂਜੇ ਤੀਜੇ ਸਾਲ ਬਦਲਦੇ ਰਹੀਏ। ਪਰ ਜਦੋਂ ਬੀਜ ਕਿਸਾਨ ਨੂੰ ਹਰ ਵਾਰੀ ਲੈਣਾ ਪੈਂਦਾ ਤਾਂ ਇਹਦਾ ਫਾਇਦਾ ਇਹ ਹੈਗਾ ਜੀ ਕਿ ਇੱਕ ਤਾਂ ਇਹਦੇ ਝਾੜ ਦੂਜੀ ਵੈਰਾਈਟੀਆਂ ਦੇ ਨਾਲ, ਵੈਰਾਈਟੀਆਂ ਦੇ ਮੁਕਾਬਲੇ 4-5 ਕੁਇੰਟਲ ਝਾੜ ਵੱਧ ਨਿਕਲਦਾ ਹੈ ਜੀ। ਅਤੇ ਬੀਜ ਦਾ ਖਰਚਾ ਦੂਜਾ ਜਿਹੜਾ ਕਿਸਾਨ ਯੂਨੀਵਰਸਿਟੀ ਦਾ ਬੀਜ ਲੈਂਦਾ ਹੈ, ਘਰ ਦਾ ਬੀਜ ਹੈਗਾ, ਉਹਦੇ ਮੁਕਾਬਲੇ 800 ਤੋਂ ਲੈ ਕੇ 1000 ਰੁਪਏ ਦਾ ਬੀਜ ਦਾ ਕਿੱਲੇ ਦਾ ਖਰਚ ਜ਼ਿਆਦਾ ਹੈਗਾ। ਪਰ ਅੰਮ੍ਰਿਤਪਾਲ ਜੀ, ਜੇ 4-5 ਕੁਇੰਟਲ ਝਾੜ ਵੱਧ ਨਿਕਲਿਆ, ਅਤੇ ਅੱਜ ਕੱਲ੍ਹ 1950 ਜਾਂ ਇਸ ਸਾਲ ਜਿਹੜਾ MSP ਆਏਗਾ 2000 ਦੇ ਆਲੇ ਦੁਆਲੇ ਹੈਗਾ, 4 ਕੁਇੰਟਲ ਵੀ ਝਾੜ ਵੱਧ ਨਿਕਲਿਆ, ਸਾਡਾ 8000 ਰੁਪਏ ਦਾ ਜ਼ਿਆਦਾ ਉਤਪਾਦਨ ਹੋ ਗਿਆ, ਅਤੇ 1000 ਰੁਪਏ ਦਾ ਆਪਾਂ ਬੀਜ ਮਹਿੰਗਾ ਵੀ ਲਾ ਲਿਆ, ਫਿਰ ਵੀ 7000 ਰੁਪਏ ਕਿਸਾਨ ਨੂੰ ਵੱਧ ਨਿਕਲਦੇ ਕਿੱਲੇ ਦੇ। ਔਰ ਹੋਰ ਜਿਹੜੇ ਮੈਂ ਫਾਇਦੇ ਗਿਣਾ ਰਿਹਾ ਕਿ ਵੀ ਸਿੱਧੀ ਬਿਜਾਈ ਦੇ ਵਿੱਚ ਇਹ ਕਾਮਯਾਬ ਹੈਗੀ, ਸਿੱਧੀ ਬਿਜਾਈ ਦੇ ਵਿੱਚ ਤਾਂ ਝਾੜ ਇਹਦਾ ਹੋਰ ਵੱਧ ਨਿਕਲਦਾ ਦੂਜਿਆਂ ਦੇ ਮੁਕਾਬਲੇ, ਔਰ ਕਿਸਾਨ ਦਾ ਲਵਾਈ ਦਾ ਵੀ ਖਰਚਾ ਬਚ ਜਾਂਦਾ ਹੈ। ਅਤੇ ਜਿਵੇਂ ਕਹਿੰਦੇ ਵੀ ਕਿਸਾਨ ਦੀ ਆਏ ਕਿਵੇਂ ਵਧਾਉਣੀ ਹੈ, ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ ਸੀ ਕਿ ਵੀ ਕਿਸਾਨਾਂ ਦੀ ਆਏ ਡਬਲ ਕਰਨੀ ਹੈ। ਮੈਂ ਕਹਿੰਦਾ ਕਿਸਾਨਾਂ ਦੀ ਆਏ ਡਬਲ ਹੋ ਸਕਦੀ 3 ਤਰੀਕੇ ਨਾਲ। ਇੱਕ ਤਾਂ ਹੈਗਾ ਵੀ ਉਹਦਾ ਝਾੜ ਵਧਾਇਆ ਜਾਏ, ਉਤਪਾਦਨ ਵਧਾਇਆ ਜਾਏ। ਦੂਜਾ ਹੈਗਾ ਤਰੀਕਾ ਵੀ ਖਰਚਾ ਘਟਾਇਆ ਜਾਏ। ਅਸੀਂ ਉਤਪਾਦਨ ਵੀ ਵਧਾਉਣ ਦੀ ਗੱਲ ਕਰ ਰਹੇ ਹਾਂ, ਅਸੀਂ ਖਰਚਾ ਘਟਾਉਣ ਦੀ ਵੀ ਗੱਲ ਕਰ ਰਹੇ ਹਾਂ। ਤੀਜਾ ਉਪਾਅ ਹੈਗਾ ਕਿ ਵੀ ਫਸਲ ਦੀ ਕੀਮਤ ਜ਼ਿਆਦਾ ਮਿਲੇ। ਉਹ ਤੀਜਾ ਉਪਾਅ ਥੋੜ੍ਹਾ ਇਹ ਹੈਗਾ ਕਿ ਆਮ ਜਨਤਾ 'ਤੇ ਵੀ ਜ਼ਿਆਦਾ ਉਹਦਾ ਉਹ ਬੋਝ ਪਏਗਾ। ਜੇ ਆਪਾਂ ਉਪਜ ਵਧਾ ਲਈਏ ਅਤੇ ਖਰਚਾ ਘਟਾ ਲਈਏ, ਕਿਸਾਨ ਦੀ ਆਏ ਵਧੇਗੀ ਜੀ, ਲਾਜ਼ਮੀ ਵਧੇਗੀ। ਭਾਰਤ ਅਤੇ ਉੱਤਰੀ ਭਾਰਤ 'ਚ ਕਿੰਨੀ ਕੁ ਮਹੱਤਵਪੂਰਨ ਤੁਸੀਂ ਸਮਝਦੇ ਹੋ ਚਾਵਲ ਦੀ ਖੇਤੀ ਕਰਨਾ? ਚਾਵਲ ਦੀ ਫਸਲ ਭਾਰਤ 'ਚ 11 ਕਰੋੜ ਏਕੜ ਦੇ ਵਿੱਚ ਹੁੰਦੀ ਹੈ ਜੀ, 11 ਕਰੋੜ ਕਿੱਲਿਆਂ ਦੇ ਵਿੱਚ। ਇਹ ਬਹੁਤ ਮਹੱਤਵਪੂਰਨ ਫਸਲ ਹੈਗੀ ਹੈ। ਸਾਡਾ ਜਿਹੜਾ ਐਵਰੇਜ ਪ੍ਰੋਡਕਟੀਵਿਟੀ ਹੈਗੀ ਹੈ ਉਹ ਹਜੇ ਵੀ 4 ਟਨ ਮਤਲਬ 40 ਕੁਇੰਟਲ ਪਰ ਹੈਕਟੇਅਰ ਤੋਂ ਘੱਟ ਹੈਗੀ ਹੈ ਜੀ। ਆਪਾਂ ਕੰਪੈਰੀਜ਼ਨ ਕਰੀਏ ਚਾਈਨਾ ਦੇ ਨਾਲ, ਚਾਈਨਾ ਦੀ ਉਪਜ ਹੈਗੀ 65 ਕੁਇੰਟਲ ਪਰ ਹੈਕਟੇਅਰ, ਸਾਡੇ ਨਾਲੋਂ ਡੇਢਾ। ਔਰ ਅਮਰੀਕਾ ਦੀ ਹੈਗੀ ਕਰੀਬ
80-85 ਕੁਇੰਟਲ ਪਰ ਹੈਕਟੇਅਰ, ਸਾਡੇ ਤੋਂ 2 ਗੁਣੀ ਤੋਂ ਵੀ ਜ਼ਿਆਦਾ ਹੈ। ਸਾਡੀ ਕੋਸ਼ਿਸ਼ ਹੈਗੀ ਸਵਾਨਾ ਦੀ ਕਿ ਵੀ ਕਿਸਾਨਾਂ ਨੂੰ ਇਹੋ ਜਿਹੀ ਕਿਸਮਾਂ ਦਿੱਤੀ ਜਾਣ, ਜਿਹੜੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਆਪਾਂ 34 ਜਾਂ 127 ਦੀ ਗੱਲ ਕਰ ਰਹੇ ਹਾਂ, ਇਹਨਾਂ ਦੀ ਉਪਜ ਪ੍ਰੋਡਕਟੀਵਿਟੀ ਅਮਰੀਕਾ ਦਾ ਜਿਹੜਾ ਹੈਗਾ ਉਤਪਾਦਨ ਉਹਦੇ ਬਰਾਬਰ ਨਿਕਲਦੀ ਹੈ। ਸਾਡਾ ਕੋਸ਼ਿਸ਼ ਹੈਗੀ ਕਿ ਵੀ ਕਿਸਾਨਾਂ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਪ੍ਰੋਡਕਟੀਵਿਟੀ ਵਧਾ ਸਕੀਏ, ਅਤੇ ਜਿਹੜਾ ਰਕਬਾ ਹੈਗਾ ਝੋਨੇ ਦਾ 11 ਕਰੋੜ ਏਕੜ ਨਹੀਂ ਚਾਹੀਦਾ ਸਾਨੂੰ। ਜੇ ਆਪਾਂ ਉਪਜ ਵਧਾ ਲਈਏ, ਆਪਾਂ ਕਰੀਬ ਇਹਦੇ ਵਿੱਚੋਂ 1 ਕਰੋੜ 1.5 ਕਰੋੜ ਕਿੱਲਾ ਘੱਟ ਕਰ ਸਕਦੇ ਹਾਂ, ਜਿੱਥੇ ਆਪਾਂ ਦਾਲਾਂ ਦੀ ਖੇਤੀ ਕਰ ਸਕਦੇ ਹਾਂ, ਤਿਲਨ ਫਸਲਾਂ ਹੈਗੀ ਜਿਹੜੀ ਤੇਲ ਵਾਲੀ ਫਸਲਾਂ ਹੈ ਉਹਨਾਂ ਦੀ ਖੇਤੀ ਕਰ ਸਕਦੇ ਹਾਂ, ਅਤੇ ਕਿਸਾਨ ਦੀ ਆਏ ਦੂਜੀ ਫਸਲਾਂ ਲਾਏਗਾ ਤਾਂ ਵੀ ਵਧੇਗੀ। ਔਰ ਜੇ ਝੋਨੇ ਦੀ ਆਪਾਂ ਏਰੀਆ ਘਟਾ ਲਿਆ ਉਪਜ ਵਧਾ ਕੇ, ਦੇਖੋ ਪਾਣੀ ਕਿੰਨਾ ਬਚਾਵਾਂਗੇ ਆਪਾਂ। ਇੱਕ ਗੱਲ ਹੁੰਦੀ ਸਸਟੇਨੇਬਿਲਿਟੀ ਦੀ ਕਿ ਵੀ ਆਉਣ ਵਾਲੇ ਸਮੇਂ ਦੀ, ਆਉਣ ਵਾਲੀ ਪੀੜ੍ਹੀਆਂ ਨੂੰ ਆਪਾਂ ਕੀ ਛੱਡ ਕੇ ਜਾ ਰਹੇ ਹਾਂ। ਜੇ ਨਵੀਂ ਟੈਕਨੀਕ, ਸਮਾਰਟ ਝੋਨਾ, ਫੁੱਲ ਪੇਜ ਵਰਗੀ ਟੈਕਨੋਲੋਜੀ ਕਿਸਾਨ ਅਪਣਾਏਗਾ ਅਤੇ ਉਹ ਸਸਟੇਨੇਬਿਲਿਟੀ ਲਈ, ਵਾਤਾਵਰਣ ਲਈ ਵੀ ਠੀਕ ਹੈ, ਪਾਣੀ ਦੀ ਬਚਤ ਵੀ ਹੋਏਗੀ ਅਤੇ ਕਿਸਾਨ ਦਾ ਵੀ ਫਾਇਦਾ ਹੈਗਾ ਉਹਦੇ। ਰਾਣਾ ਜੀ, ਸੁਹਾਨਾ ਸੀਡ ਵੱਲੋਂ ਕਿਸਾਨਾਂ ਨੂੰ ਇਸ ਬਾਰੇ ਬਿਹਤਰ ਜਾਣਕਾਰੀ ਦੇਣ ਲਈ ਕੋਈ ਕੈਂਪ ਜਾਂ ਕੁਛ ਜਾਣਕਾਰੀ ਲਈ ਕੋਈ ਟੀਮਾਂ ਦਾ ਗਠਨ ਕੀਤਾ ਗਿਆ, ਕੁਛ ਇਸ ਤਰ੍ਹਾਂ ਦਾ? ਬਿਲਕੁਲ ਜੀ, ਸਾਡੇ ਕਰੀਬ ਪੰਜਾਬ ਦੇ ਵਿੱਚ ਆਲਮੋਸਟ 55 ਐਕਸਟੈਂਸ਼ਨ ਵਰਕਰ ਕੰਮ ਕਰ ਰਹੇ ਨੇ। ਹਰੇਕ ਜੋ ਮੇਜਰ ਬਲਾਕ ਹੈਗੇ ਉੱਥੇ ਅਸੀਂ ਕੈਂਪ ਲਾ ਰਹੇ ਹਾਂ। ਇਸ ਟਾਈਮ ਵੀ ਚੱਲ ਰਹੇ ਕੈਂਪ। ਹੁਣੀ 2-3 ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਕਾਫੀ ਵੱਡਾ ਕੈਂਪ ਲਾਇਆ ਸੀ, ਹੁਣ ਫਗਵਾੜਾ ਦੇ ਨੇੜੇ ਲਾ ਰਹੇ ਹਾਂ, ਅਤੇ ਜਿੱਥੇ ਅਸੀਂ ਕਿਸਾਨਾਂ ਨੂੰ ਨਵੇਂ ਬੀਜ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿਸਾਨਾਂ ਨੂੰ ਕਿ ਵੀ ਸਿੱਧੀ ਬਿਜਾਈ ਕਿਵੇਂ ਕੀਤੀ ਜਾ ਸਕਦੀ ਹੈ, ਕਿਉਂਕਿ ਸਿੱਧੀ ਬਿਜਾਈ ਸਮੇਂ ਦੀ ਲੋੜ ਹੈਗੀ। ਭਗਵੰਤ ਮਾਨ ਸਾਹਿਬ ਨੇ 1500 ਰੁਪਏ ਦਾ ਜਿਹੜਾ ਇਨਸੈਂਟਿਵ ਮੁਆਵਜ਼ਾ ਅਨਾਊਂਸ ਕੀਤਾ ਹੈ, ਬਹੁਤ ਹੀ ਵਧੀਆ ਸਟੈਪ ਹੈਗਾ। ਸਾਡੇ ਪੰਜਾਬ ਦੇ ਨਾਲ ਦਾ ਸਟੇਟ ਹੈਗਾ ਹਰਿਆਣਾ, ਉਹਨਾਂ ਨੇ ਬਲਕਿ ਪਿਛਲੇ 3-4 ਸਾਲਾਂ ਤੋਂ ਸਿੱਧੀ ਬਿਜਾਈ ਨੂੰ ਪ੍ਰਮੋਟ ਕਰਨ ਲਈ ਕਿਸਾਨਾਂ ਨੂੰ ਕਰੀਬ ਉੱਥੇ ਇਨਸੈਂਟਿਵ ਜ਼ਿਆਦਾ ਹੈਗਾ, ਉਹ 4000 ਰੁਪਏ ਪਰ ਏਕੜ ਦੇ ਰਹੇ। ਬੀਜ ਵੀ ਕਹਿੰਦੇ ਆ ਬਈ, ਦਵਾਈ ਵੀ ਕਹਿੰਦੇ, ਨਾਲ ਰੇਹ ਵੀ ਦਿੰਦੇ ਆ, ਅਤੇ ਸਰਕਾਰਾਂ ਇਸ 'ਤੇ ਕੰਮ ਕਰ ਰਹੀਆਂ। ਪਰ ਇਹ ਹੈਗਾ ਕਿ ਬਈ ਉਹ ਇਹੋ ਜਿਹੀ ਕਿਸਮਾਂ ਜ਼ਿਮੀਦਾਰ ਲਾਏ ਜਿਹੜੀ ਕਿ ਸਿੱਧੀ ਬਿਜਾਈ ਦੇ ਵਿੱਚ ਕਾਮਯਾਬ ਹੋਈ। ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ? ਬਿਲਕੁਲ ਜੀ, ਸਾਡੇ ਹੈਲਪਲਾਈਨ ਨੰਬਰ ਅਸੀਂ ਮੀਡੀਆ ਦੇ ਵਿੱਚ ਵੀ, ਅਖਬਾਰਾਂ ਦੇ ਵਿੱਚ ਵੀ ਆਪਣੇ ਦੇ ਰਹੇ ਹਾਂ ਸਿੱਧੀ ਬਿਜਾਈ 'ਤੇ, ਅਤੇ ਉੱਥੇ ਹਰੇਕ ਜ਼ਿਲ੍ਹੇ ਦਾ ਅਸੀਂ ਹੈਲਪਲਾਈਨ ਨੰਬਰ ਦਿੱਤਾ ਹੋਇਆ। ਔਰ ਚੜ੍ਹਦੀ ਕਲਾ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋਣੇ, ਸਾਡਾ ਚੱਲ ਰਿਹਾ ਕੈਂਪੇਨ ਚੱਲ ਰਹੀ ਹੈ, ਚੜ੍ਹਦੀ ਕਲਾ ਦੇ ਵਿੱਚ ਵੀ ਸਾਡਾ ਹੈਲਪਲਾਈਨ ਨੰਬਰ ਤੁਸੀਂ ਦੇਖ ਸਕਦੇ ਹੋ। ਰਾਣਾ ਜੀ, ਤੁਹਾਨੂੰ ਦੱਸ ਦਿਓ, ਤੁਸੀਂ ਚੜ੍ਹਦੀ ਕਲਾ ਦਾ ਜ਼ਿਕਰ ਕੀਤਾ। ਚੜ੍ਹਦੀ ਕਲਾ ਇੱਕ ਪੰਜਾਬੀ ਦਾ ਉਹ ਚੈਨਲ ਹੈ ਜੋ ਪਿੰਡਾਂ ਦੇ ਵਿੱਚ ਘਰ ਘਰ ਚੱਲਦਾ ਹੈ। ਜੋ ਗੌਰਮੈਂਟ ਆਫ ਇੰਡੀਆ ਦੀ ਡਿਸ਼ ਹੈ ਉਸ ਦੇ ਉੱਤੇ ਸਿਰਫ ਪੰਜਾਬੀ ਦਾ ਇੱਕੋ ਇੱਕ ਚੜ੍ਹਦੀ ਕਲਾ ਟਾਈਮ ਟੀਵੀ ਹੀ ਚੈਨਲ ਹੈ ਜੋ ਤੁਹਾਡਾ ਸੁਨੇਹਾ ਅੱਜ ਘਰ ਘਰ ਪਹੁੰਚਾ ਰਿਹਾ। ਔਰ ਅੰਤ ਦੇ ਵਿੱਚ ਮੈਂ ਤੁਹਾਨੂੰ ਕਹਾਂਗਾ, ਆਖਿਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਫਿਊਚਰ ਦੇ ਵਿੱਚ ਤੁਸੀਂ ਕੀ ਯੋਜਨਾਵਾਂ ਕਿਸਾਨਾਂ ਦੇ ਲਈ ਲੈ ਕੇ ਆ ਰਹੇ ਹੋ? ਦੇਖੋ, ਫਿਊਚਰ ਦੇ ਵਿੱਚ ਅਸੀਂ ਕਿਸਾਨਾਂ ਲਈ, ਮੈਂ ਪਹਿਲੇ ਗੱਲ ਕੀਤੀ ਸੀ ਝੋਨੇ 'ਚ, ਤਾਂ ਆਪਾਂ ਇਹ ਨਵੀਂ ਟੈਕਨੋਲੋਜੀ ਲੈ ਕੇ ਆ ਰਹੇ ਹਾਂ, ਫੁੱਲ ਪੇਜ। ਅਤੇ ਫੁੱਲ ਪੇਜ ਨਾਲ ਮੈਂ ਕਹਿੰਦਾ ਵੀ ਝੋਨੇ ਦੀ ਖੇਤੀ ਦੇ ਵਿੱਚ ਕ੍ਰਾਂਤੀ ਆਏਗੀ। ਜਿਹੜਾ ਕਿ 90% ਝੋਨਾ ਹਿੰਦੁਸਤਾਨ ਦੇ ਵਿੱਚ ਹੁਣ ਟਰਾਂਸਪਲਾਂਟ ਹੁੰਦਾ ਹੈ, ਅਤੇ ਕਿਸਾਨਾਂ ਦਾ ਹਰ ਸਾਲ 15-16 ਹਜ਼ਾਰ ਕਰੋੜ ਰੁਪਇਆ ਲਵਾਈ 'ਤੇ ਹੀ ਖਰਚ ਹੋ ਜਾਂਦਾ ਹੈ। ਉਹ ਬਚ ਜਾਣਾ, ਉਹ ਕਿਸਾਨ ਦੀ ਜੇਬ ਦੇ ਵਿੱਚ ਜਾਏਗਾ। 30-35% ਕਿਸਾਨਾਂ ਦਾ ਪਾਣੀ ਬਚ ਜਾਣਾ ਆਪਣੇ ਖੇਤਾਂ ਦਾ। ਫਿਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਸਿੱਧੀ ਬਿਜਾਈ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਗ੍ਰੀਨ ਹਾਊਸ ਗੈਸਿਜ਼ ਹੈਗੀ, ਕਾਰਬਨ ਡਾਈਆਕਸਾਈਡ ਹੈਗੀ, ਮੀਥੇਨ ਹੈਗੀ, ਨਾਈਟਰਸ ਆਕਸਾਈਡ ਹੈਗੀ, ਇਹ ਗੈਸਾਂ ਵੀ ਨਿਕਲਦੀਆਂ ਜਦੋਂ ਝੋਨੇ ਦੀ ਖੇਤੀ ਕਰਦਾ ਹੈ ਕਿਸਾਨ। ਕਹਿੰਦੇ 15% ਕੰਟਰੀਬਿਊਸ਼ਨ ਖੇਤੀਬਾੜੀ ਦਾ ਵੀ ਹੈਗਾ ਗਲੋਬਲ ਵਾਰਮਿੰਗ ਦੇ ਵਿੱਚ। ਪਰ ਸਿੱਧੀ ਬਿਜਾਈ ਦੇ ਵਿੱਚ ਅਸੀਂ ਟਰਾਇਲ ਕਰਕੇ ਦੇਖਿਆ, ਯੂਨੀਵਰਸਿਟੀ ਨਾਲ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਜਿਹੜੀ ਇਹ ਗ੍ਰੀਨ ਹਾਊਸ ਗੈਸਿਜ਼ ਹੈਗੀ, ਇਹ 1 ਕਿੱਲੇ ਦੇ ਵਿੱਚ 1.5 ਤੋਂ ਲੈ ਕੇ 3 ਟਨ ਤੱਕ ਦੀ ਬਚਤ ਹੋ ਜਾਂਦੀ, ਘੱਟ ਨਿਕਲਦੀ ਹੈ, ਅਤੇ ਉਹਦਾ ਵਾਤਾਵਰਣ 'ਤੇ ਫਾਇਦਾ ਹੈਗਾ। ਇੱਕ ਜਿਹੜੇ ਵਿਕਸਿਤ ਦੇਸ਼ ਹੈਗੇ ਯੂਰਪ ਅਤੇ ਅਮਰੀਕਾ ਦੇ ਵਿੱਚ, ਉੱਥੇ ਇੱਕ ਗੱਲ ਹੈਗੀ ਹੈ ਜੀ, ਉਹ ਕਹਿੰਦੇ ਜੀ ਕਾਰਬਨ ਟ੍ਰੇਡਿੰਗ। ਕਾਰਬਨ ਟ੍ਰੇਡਿੰਗ ਇਹ ਚੀਜ਼ ਹੈਗੀ ਜੀ ਕਿ ਵੀ ਕੁਛ ਇੰਡਸਟਰੀ ਹੈਗੀ ਜਿੱਥੇ ਵੀ ਕੋਲਾ ਦੀ ਵਰਤੋਂ ਹੁੰਦੀ, ਬਿਜਲੀ ਬਣਦੀ ਹੈ, ਉੱਥੇ ਕਾਰਬਨ ਡਾਈਆਕਸਾਈਡ ਬਹੁਤ ਰਿਲੀਜ਼ ਹੁੰਦੀ ਹੈ, ਅਤੇ ਇਹ ਕੰਪਨੀਆਂ ਦੂਜੀ ਕੰਪਨੀਆਂ ਤੋਂ ਜਾਂ ਕਿਸਾਨਾਂ ਤੋਂ ਕਾਰਬਨ ਦੀ ਟ੍ਰੇਡਿੰਗ ਕਰਦੇ ਹੈ। ਸਿੱਧੀ ਬਿਜਾਈ ਦੇ ਵਿੱਚ ਫੁੱਲ ਪੇਜ ਲਾ ਕੇ ਅਸੀਂ ਕਾਰਬਨ ਡਾਈਆਕਸਾਈਡ ਦੀ, ਗ੍ਰੀਨ ਹਾਊਸ ਗੈਸ ਦੀ ਬਚਤ ਕਰਾਂਗੇ, ਅਤੇ ਸਾਡੀ ਕੋਸ਼ਿਸ਼ ਹੈਗੀ ਕਿ ਕਿਸਾਨਾਂ ਨੂੰ ਇਹ ਇੰਡਸਟਰੀਜ਼ ਨਾਲ ਜੋੜ ਕੇ ਅਸੀਂ ਕਿਸਾਨਾਂ ਨੂੰ ਕਾਰਬਨ ਕ੍ਰੈਡਿਟ ਵੀ ਦਿਲਾ ਸਕੀਏ। ਇੱਕ ਤਰ੍ਹਾਂ ਦੀ ਆਮਦਨੀ ਉਹ ਵੀ ਮਿਲ ਸਕਦੀ ਹੈ ਕਿਸਾਨਾਂ ਨੂੰ। ਅਸੀਂ ਕਣਕ 'ਤੇ ਵੀ ਕੰਮ ਕਰ ਰਹੇ ਹਾਂ। ਕਿਸਮ ਅਸੀਂ 1734 ਦਿੱਤੀ ਸੀ, ਇੱਕ ਨਵੀਂ ਕਿਸਮ ਅਸੀਂ ਤਿਆਰ ਕੀਤੀ ਹੈ 2022 ਇਸ ਸਾਲ ਦਿਆਂਗੇ।
ਉਹਦਾ ਬਹੁਤ ਵਧੀਆ ਝਾੜ ਹੈਗਾ, ਦਾਣਾ ਬੜਾ ਵਜ਼ਨਦਾਰ ਦਾਣਾ ਹੈਗਾ। ਜਿਵੇਂ ਹੁਣ ਵਾਤਾਵਰਣ ਬਦਲ ਰਿਹਾ, ਇਸ ਸਾਲ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋ ਗਿਆ, ਦਾਣਾ ਪਤਲਾ ਬਣਿਆ ਹੋਇਆ, ਵਜ਼ਨ ਨਹੀਂ ਆਇਆ। ਇਹ ਕਿਸਮ ਇਹੋ ਜਿਹੀ ਤਿਆਰ ਕੀਤੀ ਕਿ ਵੀ ਜਿਹੜੀ ਟੈਂਪਰੇਚਰ ਵੱਧ ਵੀ ਜਾਂਦਾ ਹੈ ਉਹਦੇ ਵਿੱਚ ਵੀ ਚੰਗਾ ਝਾੜ ਦਿੰਦੀ ਹੈ। ਫਿਰ ਸਾਡੇ ਮੁਲਕ ਲਈ ਬਹੁਤ ਇੰਪੋਰਟੈਂਟ ਫਸਲ ਹੈਗੀ ਸਰਸੋਂ ਦੀ ਫਸਲ। ਅਸੀਂ ਸਰਸੋਂ 'ਤੇ ਵੀ ਕੰਮ ਸ਼ੁਰੂ ਕੀਤਾ ਹੈ, ਅਤੇ ਇੱਕ ਅਸੀਂ ਕਿਸਮ 2042 ਸਰਸੋਂ ਦੀ ਵੀ ਦਿੱਤੀ ਹੈ ਹਾਈਬ੍ਰਿਡ। ਉਹਦਾ ਕਿਸਾਨਾਂ ਨੇ ਕਰੀਬ 8 ਤੋਂ ਲੈ ਕੇ 12 ਕੁਇੰਟਲ ਪਰ ਏਕੜ ਤੱਕ ਝਾੜ ਕੱਢਿਆ ਹੈ। ਔਰ ਤੁਸੀਂ ਦੇਖਿਆ ਹੀ ਹੋਣਾ ਇਸ ਸਾਲ ਸਰਸੋਂ ਦੀ ਬਹੁਤ, ਪਿਛਲੇ 2 ਸਾਲਾਂ ਤੋਂ ਬਹੁਤ ਡਿਮਾਂਡ ਹੈਗੀ ਹੈ, ਕਿਸਾਨਾਂ ਨੂੰ ਵਧੀਆ ਰੇਟ ਵੀ ਮਿਲ ਰਿਹਾ, 6000 7000 ਰੁਪਏ ਕੁਇੰਟਲ। ਔਰ ਜਿਹੜੀ ਤੇਲ ਵਾਲੀ ਫਸਲਾਂ ਹੈਗੀ, ਇਹਨਾਂ ਦੀ ਖੇਤੀ ਦੀ ਲੋੜ ਹੈਗੀ ਹਿੰਦੁਸਤਾਨ ਦੇ ਵਿੱਚ। ਤੁਹਾਨੂੰ ਹੈਰਾਨੀ ਹੋਏਗੀ ਜਾਣ ਕੇ ਕਿ ਕਰੂਡ ਆਇਲ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਜੋ ਇੰਪੋਰਟ ਕਰਦੇ ਹਾਂ ਉਹ ਖਾਣੇ ਵਾਲਾ ਤੇਲ ਹੈ। $15 ਬਿਲੀਅਨ ਦਾ ਸਾਡਾ ਇੰਪੋਰਟ ਹੈਗਾ, 1 ਲੱਖ ਕਰੋੜ ਤੋਂ ਜ਼ਿਆਦਾ ਦਾ ਅਸੀਂ ਖਾਣ ਵਾਲਾ ਤੇਲ ਇੰਪੋਰਟ ਕਰਦੇ ਹਾਂ। ਪੰਜਾਬ ਦਾ ਕਿਸਾਨ, ਹਰਿਆਣਾ ਦਾ ਕਿਸਾਨ, ਰਾਜਸਥਾਨ ਦਾ ਕਿਸਾਨ ਔਰ ਸਾਡੇ ਹੋਰ ਸਾਰੇ ਜਿੰਨੇ ਪ੍ਰਦੇਸ਼ ਹੈਗੇ ਆਲ ਓਵਰ ਇੰਡੀਆ, ਇਹਨਾਂ 'ਚ ਇੰਨੀ क्षमता ਹੈਗੀ ਕਿ ਬਈ ਉਹ ਗੁੱਡ ਐਨਫ ਜਿਹੜੀ ਇਹ ਤੇਲ ਵਾਲੀ ਫਸਲਾਂ ਹੈ ਉਹਨਾਂ ਦਾ ਵੀ ਉਤਪਾਦਨ ਕਰ ਸਕਦਾ। ਜਿਹੜਾ ਲੱਖ ਕਰੋੜ ਬਾਹਰ ਜਾ ਰਿਹਾ ਹੈ ਉਹ ਬਾਹਰ ਨਾ ਜਾ ਕੇ ਸਾਡੇ ਮੁਲਕ ਦੇ ਵਿੱਚ ਹੀ ਰਹੇ, ਕਿਸਾਨਾਂ ਦੀ ਜੇਬ ਦੇ ਵਿੱਚ ਜਾਏ। ਅਤੇ ਅਸੀਂ ਸਰਸੋਂ 'ਤੇ ਵੀ ਕਾਫੀ ਕੰਮ ਕਰ ਰਹੇ ਹਾਂ। ਆਪਣਾ ਰਾਣਾ ਜੀ, ਤੁਸੀਂ ਬੜੇ ਸੋਹਣੇ ਤਜਰਬੇ ਸ਼ੇਅਰ ਕੀਤੇ ਵੀ, ਆਪਣੇ ਸੁਹਾਣਾ ਸੀਡ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ। ਕੁਛ ਇਸ ਤਰ੍ਹਾਂ ਦਾ ਵੀ ਹੈ, ਪਹਿਲਾਂ ਆਓ ਪਹਿਲਾਂ ਪਾਓ, ਪਹਿਲੇ 10,000 20,000 ਕਿਸਾਨ ਜਿਹੜੇ ਆਣਗੇ ਉਹਨਾਂ ਨੂੰ ਕੁਛ ਸਪੈਸ਼ਲ ਡਿਸਕਾਊਂਟ ਵਗੈਰਾ ਕੁਛ ਇਸ ਤਰ੍ਹਾਂ ਦਾ? ਨਹੀਂ, ਇੱਕ ਡਿਸਕਾਊਂਟ ਨਹੀਂ ਹੈ। ਅਸੀਂ ਸਾਡਾ ਇੱਕ ਪ੍ਰੋਗਰਾਮ ਹੈਗਾ ਜੀ, ਉਹਨੂੰ ਕਹਿੰਦੇ ਅਸੀਂ ਸਵਾ ਮਿੱਤਰ। ਇਹ ਕਿਸਾਨ, ਪ੍ਰਗਤੀਸ਼ੀਲ ਕਿਸਾਨ ਜਿਹੜੇ ਵੀ ਨਵੀਂ ਟੈਕਨੋਲੋਜੀ ਨੂੰ ਅਪਣਾਉਂਦੇ ਉਹ ਸਾਡੇ ਨਾਲ ਜੁੜੇ ਹੋਏ ਹੈ। ਆਲ ਓਵਰ ਇੰਡੀਆ ਦੇ ਸਾਡੇ ਨਾਲ ਕਰੀਬ 5000 ਕਿਸਾਨ, ਸਵਾ ਮਿੱਤਰ ਕਿਸਾਨ ਸਾਡੇ ਨਾਲ ਜੁੜੇ ਹੋਏ। ਇਹਨਾਂ ਨੂੰ ਅਸੀਂ ਘਰ ਘਰ ਇਹਨਾਂ ਦੇ ਪਹੁੰਚ ਕੇ ਨਵੀਂ ਟੈਕਨੋਲੋਜੀ, ਜੋ ਵੀ ਸਾਡਾ ਨਵਾਂ ਬੀਜ ਆਉਂਦਾ ਹੈ, ਟੈਕਨੋਲੋਜੀ ਹੈ, ਉਹਨਾਂ ਦੇ ਟਰਾਇਲ ਇਹਨਾਂ ਨੂੰ। ਕਿਸਾਨ ਵਾਸਤੇ ਇੱਕ ਚੁਣੌਤੀ ਵੀ ਹੁੰਦੀ ਹੈ, ਇੱਕ ਚੈਲੰਜ ਵੀ ਹੁੰਦਾ ਹੈ ਨਵੀਂ ਚੀਜ਼ ਅਪਣਾਉਣ ਵਾਸਤੇ। ਕਿਤੇ ਕੱਲ੍ਹ ਨੂੰ ਝਾੜ ਵੱਧ ਆਉਂਦਾ ਹੈ, ਘੱਟ ਆਉਂਦਾ, ਇਸ ਤਰ੍ਹਾਂ ਦੀ ਕੋਈ ਗਰੰਟੀ? ਦੇਖੋ, ਇਹ ਜੇ ਮੈਂ ਕਿਸਾਨ ਦੱਸੇ ਸਵਾ ਮਿੱਤਰਾਂ, ਇਹਨਾਂ ਦੇ ਖੇਤ 'ਤੇ ਅਸੀਂ ਟਰਾਇਲ ਕਰਦੇ ਹਾਂ, ਇਹਨਾਂ ਨੂੰ ਦਿਖਾਉਂਦੇ ਹਾਂ, ਇਹਨਾਂ ਨੂੰ ਪੂਰੀ ਜਾਣਕਾਰੀ ਦਿੰਦੇ ਵੀ ਕਿਸ ਤਰੀਕੇ ਨਾਲ ਰੇਹ ਦੀ ਵਰਤੋਂ ਕਰੀਏ, ਕਿਸ ਤਰੀਕੇ ਨਾਲ ਬਿਮਾਰੀ ਜਾਂ ਕੀੜੇ ਦੀ ਰੋਕਥਾਮ ਕਰੀਏ। ਕਿਉਂਕਿ ਕਿਸਾਨ ਨੂੰ ਸਿਖਾਉਣਾ ਸਭ ਤੋਂ ਵੱਡਾ ਇੱਕ ਉਹ ਹੈਗਾ ਕਿ ਬਈ ਕਿਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਖੇਤੀ ਕੀਤੀ ਜਾਏ। ਕਿਉਂਕਿ ਉਹੀ ਬੀਜ, ਉਹੀ ਫਸਲ ਇੱਕ ਕਿਸਾਨ ਹੈਗਾ ਜਿਹੜਾ 35-40 ਕੁਇੰਟਲ ਕੱਢ ਲੈਂਦਾ ਹੈ, ਦੂਜਾ ਕਿਸਾਨ ਹੈਗਾ ਉਹ 20 ਕੁਇੰਟਲ ਕੱਢਦਾ ਹੈ, ਕਿਉਂਕਿ ਉਹਨੂੰ ਪੂਰੀ ਜਾਣਕਾਰੀ ਨਹੀਂ ਹੈਗੀ। ਖੇਤੀ ਦੇ ਵਿੱਚ ਦੇਖੋ ਜੀ, ਬਹੁਤ ਸਾਰੀ ਚੀਜ਼ਾਂ ਵਾਤਾਵਰਣ 'ਤੇ ਨਿਰਭਰ ਕਰਦੀਆਂ। ਹਾਂ, ਕੋਈ ਚੀਜ਼ ਹੁੰਦੀ ਹੈ ਕਿ ਜਿਹੜੀ ਫੈਕਟਰੀ ਦੇ ਵਿੱਚ ਬਣਦੀ ਹੋਏ, ਅਸੀਂ ਕਹਿ ਸਕਦੇ ਹਾਂ ਬਈ ਹਰੇਕ ਬੈਚ ਇਹ ਇੰਨਾ ਨਿਕਲੇਗਾ। ਖੇਤੀ ਦੇ ਵਿੱਚ ਕੀ ਹੁੰਦਾ ਕਿ ਬਈ ਕਦੋਂ ਪਾਣੀ ਜ਼ਿਆਦਾ ਪੈ ਗਿਆ, ਸੁੱਕਾ ਪੈ ਗਿਆ, ਬਿਮਾਰੀ ਆ ਗਈ, ਅਤੇ ਜਿਹੜੇ ਈਲਡ ਲੈਵਲ ਹੈ ਉਹ ਥੋੜ੍ਹੇ ਰੇਂਜ ਦੇ ਵਿੱਚ ਹੁੰਦੇ ਹੈ। ਬਟ ਸਾਡਾ ਇਹ ਹੈਗਾ ਕਿ ਜੋ ਵੀ ਅਸੀਂ ਬੀਜ ਤਿਆਰ ਕਰਕੇ ਕਿਸਾਨ ਨੂੰ ਦਿੰਦੇ ਹਾਂ, 7 ਸਾਲ ਸਾਨੂੰ ਲੱਗਦਾ ਇੱਕ ਨਵੀਂ ਵੈਰਾਈਟੀ ਤਿਆਰ ਕਰਕੇ ਦੇਣ ਨੂੰ। ਉਹਨਾਂ ਦਾ ਇੱਕ ਪੱਧਰ 'ਤੇ ਬਈ ਅਸੀਂ ਦੇਖਦੇ ਹਾਂ ਕਿ ਵੀ ਦੂਜੀ ਵੈਰਾਈਟੀ ਜਾਂ ਕਿਸਮ ਕਿਸਾਨ ਲਾ ਰਿਹਾ ਹੈ, ਉਹਦੇ ਨਾਲੋਂ ਜੇ 15-20% ਜ਼ਿਆਦਾ ਝਾੜ ਹੈਗਾ ਤਦੇ ਹੀ ਆਪਾਂ ਬਾਜ਼ਾਰ ਦੇ ਵਿੱਚ ਦਿੰਦੇ ਹਾਂ ਜੀ। ਇੱਕ ਝੋਨੇ ਲਈ ਬਹੁਤ ਇੰਪੋਰਟੈਂਟ ਚੀਜ਼ ਹੈਗੀ ਕਿ ਇਕੱਲਾ ਝਾੜ ਹੀ ਨਹੀਂ ਹੈ, ਉਹਦਾ ਇਹ ਵੀ ਜ਼ਰੂਰੀ ਹੈ ਕਿ ਹੈਡ ਰਾਈਸ ਰਿਕਵਰੀ, ਉਹਦੀ ਮਿਲਿੰਗ ਕਿਹੋ ਜਿਹੀ ਹੈਗੀ। ਸਵਾਨੇ ਦੀ ਜਿੰਨੀ ਵੀ ਸਮਾਰਟ ਝੋਨੇ ਦੀ ਵੈਰਾਈਟੀਆਂ ਹੈਗੀਆਂ, 134 ਕਹਿ ਲਈਏ, 27 ਕਹਿ ਲਈਏ, ਅਸੀਂ ਮਿਲਿੰਗ ਟੈਸਟ ਵੀ ਕਰਦੇ ਹਾਂ। ਪੰਜਾਬ ਦੇ ਮਿਲਰ ਹੈਗੇ ਜਿਹੜੇ, ਉਹਨਾਂ ਦੀ ਮਿਲ ਦੇ ਵਿੱਚ ਅਸੀਂ 10-10 ਟਨ 15 ਟਨ ਮਾਲ ਲਿਜਾ ਕੇ ਪਹਿਲੇ ਉਹਦਾ ਮਿਲਿੰਗ ਦਾ ਵੀ ਟਰਾਇਲ ਕਰਕੇ ਦੇਖਦੇ ਹਾਂ, ਕਿਉਂਕਿ ਇਹ ਜ਼ਰੂਰੀ ਹੈਗਾ ਕਿ ਵੀ ਉਹਦੇ 'ਚ ਹੈਡ ਰਾਈਸ ਰਿਕਵਰੀ ਵੱਧ ਹੋਏ। FCI ਦੀ ਮਾਨਕ ਹੈਗੀ ਕਿ ਵੀ 25% ਤੋਂ ਘੱਟ ਟੋਟਾ ਹੋਏ ਉਹਦੇ ਵਿੱਚ ਬ੍ਰੋਕਨ ਰਾਈਸ। ਸਾਡੀ ਜਿੰਨੀ ਵੀ ਵੈਰਾਈਟੀਆਂ ਹੈਗੀ ਉਹਨਾਂ ਦੇ ਵਿੱਚ ਬ੍ਰੋਕਨ ਰਾਈਸ 25% ਤੋਂ ਘੱਟ ਹੈਗਾ। ਜਿਹੜੇ FCI ਦੇ ਮਾਨਕ ਹੈ ਉਹ ਵੀ ਪੂਰੇ ਹੁੰਦੇ ਆ। ਉਹ ਕੱਲ੍ਹ ਨੂੰ ਕੁਕਿੰਗ ਕੁਆਲਿਟੀ ਕਿਹੋ ਜਿਹੀ ਹੋਗੀ ਉਹ ਵੀ ਇੰਪੋਰਟੈਂਟ ਹੈਗਾ। ਅਤੇ ਉਹਦੇ ਵਿੱਚ ਫਸਲ ਦੇ ਵਿੱਚ ਰੋਗ ਤੋਂ ਲੜਨ ਦੀ क्षमता ਕਿਹੋ ਜਿਹੀ ਹੈਗੀ। ਇੱਕ ਬੈਕਟੀਰੀਅਲ ਲੀਫ ਬਲਾਈਟ ਬਿਮਾਰੀ ਆਉਂਦੀ ਹੈ, ਬਲਾਸਟ ਆਉਂਦੀ ਹੈ। ਅਸੀਂ ਆਪਣੀ ਕਿਸਮਾਂ ਦੇ ਵਿੱਚ ਜਿਹੜੀ ਵੀ ਨਵੀਂ ਰਿਲੀਜ਼ ਕਰਦੇ ਹਾਂ ਉਹਦੇ ਵਿੱਚ ਇਹ ਜੀਨ ਪਾ ਕੇ ਦਿੰਦੇ ਹਾਂ ਕਿ ਵੀ ਉਹਦੇ 'ਚ ਬਿਮਾਰੀ ਘੱਟ ਲੱਗੇ। ਬਿਮਾਰੀ ਘੱਟ ਲੱਗੇਗੀ ਤਾਂ ਜੀ ਦੇਖੋ ਇਹ ਜਿਹੜੀ ਦਵਾਈਆਂ ਦੇ ਸਪਰੇਅ ਹੁੰਦੇ ਉਹ ਵੀ ਘੱਟ ਹੋਣਗੇ। ਅਸੀਂ ਗੱਲ ਕਰ ਰਹੇ ਸੀ ਰਾਣਾ ਜੀ ਨਾਲ, ਜੋ ਸੁਹਾਣਾ ਸੀਡ ਦੇ ਮੈਨੇਜਿੰਗ ਡਾਇਰੈਕਟਰ ਵੀ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਤਜਰਬੇ ਜੋ ਸਾਡੇ ਨਾਲ ਸ਼ੇਅਰ ਕੀਤੇ, ਚਾਹੇ ਉਹ ਅਮਰੀਕਾ ਵਿੱਚ ਸੀ, ਚਾਹੇ ਉਹ ਬ੍ਰਾਜ਼ੀਲ ਵਿੱਚ ਸੀ। ਉਹਨਾਂ ਨੇ ਦੱਸਿਆ ਕਿ ਝੋਨੇ ਦੀ ਜੋ ਬਿਜਾਈ ਹੈ ਉਸ ਲਈ ਸੁਹਾਣਾ ਸੀਡ ਵਰਤੋ। ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ ਪਾਣੀ ਦੀ ਵੀ ਖਪਤ ਘਟੇਗੀ ਅਤੇ ਜਿਹੜਾ ਝਾੜ ਵੀ ਵੱਧ ਮਿਲੇਗਾ। ਸੋ ਅਸੀਂ ਧੰਨਵਾਦੀ ਹਾਂ ਰਾਣਾ ਜੀ ਦੇ। ਰਾਣਾ ਜੀ, ਫਿਰ ਮੁੜ ਤੋਂ ਤੁਹਾਡਾ ਸਮਾਂ ਲਵਾਂਗੇ ਕਿਸਾਨ ਭਰਾਵਾਂ ਦੀ ਜਾਣਕਾਰੀ ਲਈ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।